ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਜੀ ਜੋ ਸਾਡੇ ਅੰਦਰ ਆਤਮਾ ਹੈ ਤੇ ਜੰਤ, ਅਸੀਂ ਸਾਰੇ ਜੰਤ ਆ। ਜੰਤ ਜੰਤਰ ਸ਼ਬਦ ਤੋਂ ਬਣਿਆ ਹੈ। ਜਿਤਨੇ ਵੀ ਜੀਵ ਜੰਤੂ ਹਨ ਜਿਨ੍ਹਾਂ ਦੇ ਵਿੱਚ ਜਿੰਦ ਹੈ ਤੇ ਸਰੀਰ ਹੈ, ਸੋ ਪ੍ਰਸੰਨ ਪਏ। ਪ੍ਰਸੰਨ ਦਾ ਸੋ ਪ੍ਰਸੰਨ, ਪ੍ਰਸੰਨ ਕਹਿੰਦੇ ਨੇ ਖੁਸ਼ ਨੂੰ, ਤੇ ਸੋ ਪ੍ਰਸੰਨ ਕਹਿੰਦੇ ਨੇ ਸ੍ਰੇਸ਼ਟਤਾਈ ਵਾਲੀ ਖੁਸ਼ੀ। ਇਹ ਖੁਸ਼ੀ ਵੀ ਕਈ ਪ੍ਰਕਾਰ ਦੀ ਹੈ। ਇੱਕ ਖੁਸ਼ੀ ਹੈ ਉਹ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ। ਇੱਕ ਖੁਸ਼ੀ ਹੈ ਉਹ ਪੁਰਾਣੀ ਨਹੀਂ ਹੁੰਦੀ, ਸਮਾਂ ਸਵਾਈ ਹੁੰਦੀ ਹੈ, ਜਿਹਨੂੰ ਗੁਰਬਾਣੀ ਦੇ ਅੰਦਰ ਆਨੰਦ ਆਖੀਏ। ਜੀ ਜੰਤ ਸੋ ਪ੍ਰਸੰਨ ਪਏ। ਜਿਤਨੇ ਵੀ ਜੀਵ ਜੰਤੂ ਨੇ ਇਸ ਸ੍ਰਿਸ਼ਟੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੁਆਰਾ ਸਾਜੇ ਹੋਏ ਸਾਰਿਆਂ ਦੇ ਅੰਦਰ ਆਨੰਦ ਬੱਝ ਗਿਆ ਹੈ, ਪ੍ਰਸੰਨਤਾਈ ਆ ਗਈ, ਖੁਸ਼ ਹੋ ਗਏ ਨੇ। ਦੇਖ ਪ੍ਰਭ ਪ੍ਰਤਾਪ, ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਇਹ ਪ੍ਰਤਾਪ ਵੇਖ ਕੇ। ਪ੍ਰਤਾਪ ਕਿਹੜਾ? ਜਿਸ ਵਕਤ ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਦਾ ਕਾਰਜ ਸੰਪੂਰਨ ਹੋਇਆ, ਉਸ ਵਕਤ ਸੱਚੇ ਸਤਿਗੁਰ ਨੇ ਸੰਗਤ ਨੂੰ ਖੁਸ਼ ਪ੍ਰਸੰਨ ਵੇਖ ਕੇ ਇਹ ਪਾਵਨ ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਵਿੱਚ ਰਚਨਾ ਕੀਤਾ ਹੈ ਜੀ। ਕਾਰਜ ਉਤਾਰਿਆ ਸਤਿਗੁਰੂ ਕਰਵਾ ਹਰਿ ਆਪ। ਹੁਣ ਅਸੀਂ ਹੈਰਾਨ ਹੋਵਾਂਗੇ ਵੀ ਗੁਰੂ ਮਹਾਰਾਜ ਜੀ ਦੇ ਸਿਰ ਤੇ ਵੀ ਵੇਖੋ ਕਰਜ਼ ਸੀ। ਕਾਹਦਾ ਕਰਜ਼ ਸੀ? ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਡਿਊਟੀ ਲਾਈ ਸੀ ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਿਹੜਾ ਹੈ ਨਾ, ਇਹ ਤੁਸੀਂ ਇੱਥੇ ਪ੍ਰਗਟ ਕਰੋ। ਉਹਨਾਂ ਨੇ ਪ੍ਰਗਟ ਕਰਕੇ ਆਪਣਾ ਫਰਜ਼ ਅਦਾ ਕਰ ਦਿੱਤਾ। ਸਿਰ ਤੋਂ ਕਰਜ਼ਾ ਸੀ ਜਿਹੜਾ ਉਹ ਲਾਹ ਦਿੱਤਾ। ਤੇ ਫਿਰ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਡਿਊਟੀ ਲਾਈ ਸੀ ਵੀ ਤੁਸੀਂ ਇਹ ਸੇਵਾ ਜਿਹੜੀ ਹੈ ਇਹਨੂੰ ਸੰਪੂਰਨ ਕਰਨਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਸਤਿਗੁਰ ਦੇ ਬਚਨਾਂ ਨੂੰ ਸੱਤ ਕਰਕੇ ਜਾਣਦੇ ਹੋਇਆਂ ਆਪਣੇ ਫਰਜ਼ ਨੂੰ ਪੂਰਾ ਕੀਤਾ। ਤੇ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਨੇ ਜੋ ਇਹਨਾਂ ਦੇ ਸਿਰ ਤੇ ਸੰਗਤ ਦਾ ਕਰਜ਼ ਸੀ, ਲੋਕ ਭਲਾਈ ਦਾ ਕਰਜ਼ ਸੀ, ਉਹ ਆਪ ਸੇਵਾ ਲੈ ਕੇ ਉਤਾਰਿਆ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਕਰਜ਼ ਉਤਾਰਿਆ ਸਤਿਗੁਰੂ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸੰਗਤ ਦੀ ਇਹ ਜੋ ਸੇਵਾ ਲਈਏ, ਇਹ ਪਾਵਨ ਸਥਾਨ ਜੋ ਪ੍ਰਗਟ ਹੋਇਆ ਹੈ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਚਨਾਂ ਦਾ ਕਰਜ਼ ਸੀ, ਇਹ ਆਪ ਸੇਵਾ ਲੈ ਕੇ ਉਤਾਰਨਾ ਕੀਤਾ ਹੈ। ਇਹ ਦੋ ਸ਼ਬਦ ਹੁੰਦੇ ਨੇ, ਅਸੀਂ ਪੜ੍ਹਨ ਲੱਗੇ ਹਾਂ ਨਾ ਕਈ ਵਾਰੀ ਭੁਲੇਖਾ ਖਾ ਜਾਂਦੇ। ਇੱਕ ਹੁੰਦਾ ਆਹਾਰ, ਜਿਹੜਾ ਆਹਾਰ ਹੈ ਉੱਥੇ ਹਾਹੇ ਨੂੰ ਕਰਨਾ ਹੈ। ਉਹਦਾ ਅਰਥ ਹੁੰਦਾ ਭੋਜਨ, ਰੋਟੀ ਜੋ ਵੀ ਅਸੀਂ ਖਾਂਦੇ ਹਾਂ ਉਹ ਆਹਾਰ ਹੈ। ਤੇ ਜੇ ਆੜੇ ਨੂੰ ਕਰਨਾ ਹੋਵੇ, ਹਾਹਾ ਮੁਕਤਾ ਹੋਵੇ, ਫਿਰ ਬਣਦਾ ਆਹਾਰ। ਆਹਾਰ ਦਾ ਅਰਥ ਹੁੰਦਾ ਉਦਮ। ਸੰਕਲਪ ਪੈਦਾ ਹੋਇਆ ਹੈ ਤੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਫਿਰ ਉਦਮ ਹੈ ਜਿਹੜਾ, ਉਹਨੂੰ ਆਹਾਰ ਆਖਦੇ ਨੇ, ਉਦਮ। ਸਤਿਗੁਰ ਕਰ ਆਹਾਰ ਆਪ, ਆਪ ਸੱਚੇ ਸਤਿਗੁਰ ਨੇ ਇਹ ਉਦਮ ਬਖਸ਼ਿਆ, ਇਹ ਉਦਮ ਦਿੱਤਾ ਹੈ। ਤੇ ਸੱਚੇ ਸਤਿਗੁਰ ਦੁਆਰਾ ਦਿੱਤੇ ਗਏ ਉਦਮ ਦੇ ਨਾਲ ਉਸ ਪਰਮਾਤਮਾ ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦਾ ਸਦਕਾ ਜੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਇਹ ਬਖਸ਼ਿਸ਼ ਕੀਤੀ ਹੋਈ ਦਿੱਤੀ ਹੋਈ ਸੇਵਾ ਸੀ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦੀ, ਇਹ ਆਪ ਉਹਨਾਂ ਨੇ ਸੇਵਾ ਲੈ ਕੇ ਤੇ ਸਾਡੇ ਸਿਰ ਤੋਂ ਕਰਜ਼ ਉਤਾਰਿਆ ਹੈ। ਹੁਣ ਸਾਡੇ ਸਿਰ ਤੇ ਵੀ ਕਰਜ਼, ਅਸੀਂ ਵੀ ਕਰਜ਼ਾਈ ਹਾਂ। ਸਾਡੇ ਸਿਰ ਤੇ ਕਾਹਦਾ ਕਰਜ਼ ਹੈ? ਸਾਡੇ ਸਿਰ ਤੇ ਕਰਜ਼ ਹੈ ਪਾਪਾਂ ਦਾ। ਅਸੀਂ ਇਹ ਪਾਪ ਉਤਾਰ ਦੇਣੇ ਨੇ ਤੇ ਫਿਰ ਕਰਜ਼ ਜਿਹੜਾ ਪੂਰਾ ਹੋਏਗਾ। ਇਹ ਪਾਪ ਉਤਰਨਗੇ ਕਿਵੇਂ? ਨਾਮ ਜਪ ਕੇ, ਭਜਨ ਕਰਕੇ, ਸਿਮਰਨ ਕਰਕੇ ਤੇ ਸੇਵਾ ਕਰਕੇ। ਇਸ ਵਿਧੀ ਦੇ ਨਾਲ ਇਹ ਸਾਰੇ ਪਾਪ ਨੇ ਜਿਹੜੇ ਜਿਸ ਦਿਨ ਉਤਰ ਜਾਣਗੇ, ਉਸ ਦਿਨ ਅਸੀਂ ਕਰਜ਼ੇ ਤੋਂ ਰਹਿਤ ਹੋਵਾਂਗੇ। ਨਹੀਂ ਤਾਂ ਇਹ ਕਰਜ਼ਾ ਸਾਡੇ ਸਿਰ ਤੇ ਬਣਿਆ ਰਹੇਗਾ ਤੇ ਇਸ ਕਰਜ਼ੇ ਨੂੰ ਦੇਣ ਦੇ ਲਈ ਵਾਰੀ ਵਾਰੀ ਸਾਨੂੰ ਇਸ ਦੁਨੀਆ ਤੇ ਫਿਰ ਆਉਣਾ ਪਏਗਾ। ਇਸੇ ਤਰ੍ਹਾਂ ਉਸ ਪਰਮਾਤਮਾ ਨੇ ਕਈਆਂ ਨੂੰ ਪੰਥ ਦਾ ਆਗੂ ਹੋ ਕੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣ ਦੇ ਲਈ ਇਹ ਵੀ ਇੱਕ ਕਰਜ਼ ਹੈ
ਇਸ ਤਰ੍ਹਾਂ ਦੀ ਜੋ ਸੇਵਾ ਦਿੱਤੀ ਉਸ ਪਰਮਾਤਮਾ ਸੱਚੇ ਸਤਿਗੁਰ ਨੇ ਭਾਈ, ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਜਾਂਦੇ ਨੇ। ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਤੇ ਹੁਣ ਉਜਾਗਰ ਇਤਿਹਾਸ ਵੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਜੋ ਪੰਥ ਦੀ ਸੇਵਾ ਕੀਤੀ, ਇਹ ਵੀ ਉਹਨਾਂ ਦੇ ਸਿਰ ਤੇ ਉਸ ਪਰਮਾਤਮਾ ਦੇ ਵੱਲੋਂ ਲਾਈ ਗਈ ਡਿਊਟੀ ਸੀ। ਉਸ ਪਰਮਾਤਮਾ ਸੱਚੇ ਸਤਿਗੁਰ ਨੇ ਇਹਨਾਂ ਨੂੰ ਫਰਜ਼ ਦਿੱਤਾ ਸੀ ਵੀ ਇਹ ਫਰਜ਼ ਜਿਹੜਾ ਤੁਸੀਂ ਇੱਕਰੀ ਖਾਲਸਾ ਪੰਥ ਨੂੰ ਜਾਗਰੂਕ ਕਰੋ। ਤੇ ਅੱਜ ਵੀ ਸਾਨੂੰ ਉਹਨਾਂ ਦੀ ਲੋੜ ਹੈ। ਅੱਜ ਵੀ ਸਾਡੇ ਅੰਦਰ ਜਿਹੜੀ ਜਾਗਰਤੀ ਹੈ ਉਹ ਨਹੀਂ ਹੈ। ਰਹੁ ਵਿਚਾਰ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੀ ਜੰਤ ਸੋ ਪ੍ਰਸੰਨ ਭਏ। ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਜਿਤਨੇ ਵੀ ਜੀ ਜੰਤਰ ਨੇ ਸਾਰੇ ਖੁਸ਼ ਹੋ ਜਾਂਦੇ ਨੇ। ਦੇਖ ਪ੍ਰਭ ਪ੍ਰਤਾਪ ਪ੍ਰਤਾਪ, ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਕੀ ਹੈ ਕਿ ਜਦੋਂ ਉਹ ਆਪ ਆਪਣੇ ਕਾਰਜ ਦੇ ਵਿੱਚ ਵਸ ਕੇ ਨਾ ਉਸ ਕਾਰਜ ਨੂੰ ਪੂਰਾ ਕਰਦਾ ਤੇ ਫਿਰ ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਅਸੀਂ ਇਤਨੇ ਜੋਗੇ ਤਾਂ ਨਹੀਂ ਸਾਂ ਤੇ ਇਹ ਇਤਨਾ ਵੱਡਾ ਕਾਰਜ ਕਿਵੇਂ ਹੋ ਗਿਆ। ਇਹ ਉਸ ਪ੍ਰਭੂ ਪਰਮਾਤਮਾ ਦੀ ਕਲਾ ਹੈ, ਉਸ ਦਾ ਪ੍ਰਤਾਪ ਹੈ। ਕਰਜ਼ ਉਤਾਰਿਆ, ਇਹ ਕਿਰਪਾ ਉਸ ਦੀ ਸੱਚੇ ਸਤਿਗੁਰ ਦੀ ਜੋ ਸਾਡੇ ਸਿਰ ਤੇ ਕਰਜ਼ ਹੈ। ਅਸੀਂ ਜਦੋਂ ਕਰਜ਼ ਦੀ ਗੱਲ ਕਰਦੇ ਹਾਂ ਨਾ ਤੇ ਕਿਸੇ ਦਾ ਕਰਜ਼ਾ ਦਿੰਦੇ ਹਾਂ ਤੇ ਫਿਰ ਅਸੀਂ ਉਹਨੂੰ ਕੁਝ ਦੇ ਕੇ ਆਸਾਨ ਨਹੀਂ ਕਰਦੇ। ਇਹ ਦੋ ਹੁੰਦੇ ਨੇ, ਇੱਕ ਕਿਸੇ ਨੂੰ ਕੁਝ ਦੇ ਕੇ ਆਸਾਨ ਕਰਨਾ ਤੇ ਦੂਜਾ ਉਸ ਦੇ ਦੇਣ ਵਾਲੇ ਜਿਹੜੇ ਨੇ ਉਹ ਦੇਣੇ। ਆਸਾਨ ਉੱਥੇ ਕੀਤਾ ਜਾਂਦਾ ਜਿੱਥੇ ਕੁਝ ਦਿੱਤਾ ਜਾਵੇ। ਇੱਥੇ ਸਾਡੇ ਸਿਰ ਤੇ ਕਰਜ਼ਾ ਹੈ, ਇੱਥੇ ਕੋਈ ਆਸਾਨ ਨਹੀਂ ਕਰ ਰਹੀ। ਜੋ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਇਹ ਸਾਡੇ ਤੇ ਕਰਜ਼ਾ ਹੈ। ਤੇ ਇਸੇ ਤਰ੍ਹਾਂ ਪੰਥ ਸੇਵਕ ਨੇ ਜਿਹੜੇ, ਉਹਨਾਂ ਦੇ ਸਿਰ ਤੇ ਵੀ ਕਰਜ਼ਾ ਉਸ ਪ੍ਰਭੂ ਪਰਮਾਤਮਾ ਦਾ। ਉਹ ਸੇਵਾ ਜਦੋਂ ਵਾਹਿਗੁਰੂ ਆਪ ਸੰਪੰਨ ਕਰਾ ਲੈਂਦਾ ਹੈ, ਪੂਰੀ ਕਰਾ ਲੈਂਦਾ ਹੈ, ਫਿਰ ਕਰਜ਼ਾ ਉਤਰ ਜਾਂਦਾ ਹੈ। ਇਸ ਨੂੰ ਕਰਨ ਦੇ ਲਈ ਮਨੁੱਖ ਜਿਹੜਾ ਇਹਦੇ ਅੰਦਰ ਜਿਹੜਾ ਉਦਮ ਹੁੰਦਾ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਜੀ। ਖਾਤ ਖਰਚਤ ਨਿਵਤ ਰਹੈ, ਗੁਰ ਸ਼ਬਦ ਕੂਟ। ਸੱਚੇ ਸਤਿਗੁਰੂ ਦਾ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਹੈ। ਗੁਰਬਾਣੀ ਜਿਹੜੀ ਹੈ ਇਹ ਵੀ ਸ਼ਬਦਾਂ ਦੇ ਵਿੱਚ ਲਿਖੀ ਗਈ ਹੈ। ਸ਼ਬਦ ਦਾ ਅਰਥ ਉਪਦੇਸ਼ ਹੈ। ਸ਼ਬਦ ਦਾ ਅਰਥ ਜੋ ਅੱਖਰਾਂ ਦੇ ਵਿੱਚ ਬੰਨ੍ਹ ਕੇ ਅਸੀਂ ਉਚਾਰਨ ਕਰਦੇ ਹਾਂ ਉਸ ਨੂੰ ਵੀ ਸ਼ਬਦ ਆਖਦੇ ਨੇ। ਵਾਹਿਗੁਰੂ ਹੈ, ਇਹ ਵੀ ਸ਼ਬਦ ਹੈ। ਖਾਤ ਖਰਚਤ ਨਿਭਤ ਰਹੇ, ਖਾਂਦਿਆਂ ਤੇ ਖਰਚਦਿਆਂ। ਖਾਤ ਖਾਈਦਾ ਹੈ, ਜਦੋਂ ਆਪ ਜਪੀਦਾ ਉਦੋਂ ਖਾਈਦਾ ਹੈ। ਖਰਚਤ ਤੇ ਜਦੋਂ ਸੰਗਤ ਨੂੰ ਜਪਾਈਦਾ ਉਦੋਂ ਫਿਰ ਇਹਨੂੰ ਖਰਚ ਕਰੀਦਾ ਹੈ। ਦੂਜਿਆਂ ਨੂੰ ਜਪਣ ਵਾਸਤੇ ਜਦੋਂ ਆਖਿਆ ਜਾਂਦਾ, ਦੂਜਿਆਂ ਤੋਂ ਜਪਾਇਆ ਜਾਂਦਾ, ਫਿਰ ਇਹ ਖਰਚ ਕੀਤਾ ਜਾਂਦਾ ਹੈ। ਖਾਤ ਖਰਚਤ ਨਿਭਤ ਰਹੇ। ਨਿਭਤ ਦਾ ਅਰਥ ਹੁੰਦਾ ਨਿਰਬਾਹ ਹੁੰਦਾ ਰਹਿਣਾ। ਜੇ ਅਸੀਂ ਖਾਂਦੇ ਤੇ ਖਰਚਦੇ ਹਾਂ ਤੇ ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਸਾਡੇ ਜੀਵਨ ਦਾ ਨਿਰਬਾਹ ਹੋ ਰਿਹਾ ਹੈ। ਗੁਰ ਸ਼ਬਦ ਅਕੂਟ, ਇਹ ਮੁੱਕਦਾ ਨਹੀਂ। ਅਕੂਟ, ਇਹ ਨਾ ਫੁੱਟਣ ਵਾਲਾ ਹੈ, ਨਾ ਮੁੱਕਣ ਵਾਲਾ ਹੈ। ਪ੍ਰਭੂ ਪਰਮਾਤਮਾ ਦਾ ਜੋ ਉਪਦੇਸ਼ ਹੈ, ਜੋ ਸ਼ਬਦ ਹੈ, ਇਹਨੂੰ ਆਪ ਦੇ ਲਈ ਵੀ ਜਿਤਨਾ ਮਰਜ਼ੀ ਵਰਤੀਏ ਤੇ ਦੂਜਿਆਂ ਦੇ ਲਈ ਵੀ ਜਿਤਨਾ ਮਰਜ਼ੀ ਵਰਤੀਏ, ਇਹ ਘਟਦਾ ਨਹੀਂ, ਮੁੱਕਦਾ ਨਹੀਂ, ਥੋੜਦਾ ਨਹੀਂ। ਇਸ ਤਰ੍ਹਾਂ ਜੀਵਨ ਦਾ ਜਿਹੜਾ ਨਿਰਬਾਹ ਹੈ ਇਹ ਕਰਨਾ ਹੈ ਜੀ। ਪੂਰਨ ਭਈ ਸਮਗਰੀ, ਕਬਹੂ ਨਹੀਂ ਟੂਟ। ਸਮਗਰੀ ਦੇ ਵਿੱਚ ਸਾਰੇ ਪਦਾਰਥ ਆ ਜਾਂਦੇ ਨੇ, ਜਿਤਨੇ ਵੀ ਸਾਡੀ ਵਰਤੋਂ ਵਾਲੇ ਨੇ ਉਹ ਸਾਰੀ ਸਮੱਗਰੀ। ਜਿਵੇਂ ਰਸੋਈ ਹੈ, ਰਸੋਈ ਦੇ ਵਿੱਚ ਲੂਣ ਮਿਰਚ ਦਾਲ ਸਬਜ਼ੀਆਂ ਭਾਜੀਆਂ ਦੁੱਧ ਇਹ ਸਾਰੇ ਸਮੱਗਰੀ ਹੈ। ਦੇਗ ਸਜਾਣੀ ਹੈ ਤੇ ਇਹਦੇ ਲਈ ਘਿਓ ਖੰਡ ਤੇ ਆਟਾ ਪਾਣੀ ਇਹ ਸਮੱਗਰੀ ਹੈ। ਪੂਰਨ ਭਈ ਸਮੱਗਰੀ। ਹੁਣ ਕੋਈ ਵੀ ਕਾਰਜ ਜਿਹੜਾ ਉਹਨੂੰ ਕਰਨ ਦੇ ਲਈ ਸਮੱਗਰੀ ਦੀ ਲੋੜ ਹੈ। ਜਦੋਂ ਸ਼ਬਦ ਆਪਾਂ ਆਪ ਖਰਚਣਾ ਤੇ ਇਹਦੇ ਲਈ ਵੀ ਫਿਰ ਸਮੱਗਰੀ ਦੀ ਲੋੜ ਹੈ। ਆਪਾਂ ਕਥਾ ਕਰ ਰਹੇ ਹਾਂ ਨਾ, ਇਹ ਸਮੱਗਰੀ ਇਕੱਠੀ ਕਰਦੇ ਹਾਂ। ਕੋਈ ਸ਼ਬਦ ਕਿਤੋਂ ਲੱਭਣੇ ਪੈਂਦੇ ਨੇ, ਉਹਨਾਂ ਨੂੰ ਜਾਣਨਾ ਪੈਂਦਾ ਹੈ, ਕੁਝ ਕਿਤੋਂ ਗਿਆਨ ਲੈਣਾ ਪੈਂਦਾ। ਇਹ ਸਾਰੀ ਸਮੱਗਰੀ ਇਕੱਤਰਤ ਕਰਨੀ ਪੈਂਦੀ ਹੈ। ਫਿਰ ਕਿਤੇ ਆਣ ਕੇ
ਕੋਈ 45-40 ਅੱਧਾ ਘੰਟਾ ਆਪ ਸੰਗਤਾਂ ਦੀ ਸੇਵਾ ਜਿਹੜੀ ਉਹ ਕਰਨੀ ਪੈਂਦੀ। ਜਦੋਂ ਸੱਚੇ ਸਤਿਗੁਰ ਦੀ ਕਿਰਪਾ ਹੋਵੇ ਪੂਰਨ ਭਈ ਸਮੱਗਰੀ, ਫਿਰ ਇਹ ਸਮੱਗਰੀ ਜਿਹੜੀ ਇਹ ਸ਼ਬਦ ਨੂੰ ਖਰਚਣ ਵਾਲੀ ਤੇ ਵਰਤਣ ਵਾਲੀ, ਜੋ ਸ਼ਬਦ ਦੇ ਨਾਲ ਜੁੜ ਕੇ ਨਿਰਵਾਹ ਕਰਨਾ, ਇਹ ਫਿਰ ਘਟਦੀ ਨਹੀਂ, ਕਬੂ ਨਹੀਂ ਟੋਟ, ਇਹਦੇ ਵਿੱਚ ਕਦੇ ਟੋਟਾ ਨਹੀਂ ਹੁੰਦਾ। ਪੂਰਨ ਪਈ ਸਮੱਗਰੀ, ਇਸ ਤਰ੍ਹਾਂ ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦੇ ਨਾਲ ਗਿਆਨ ਵਾਲੀ ਜੋ ਸਮੱਗਰੀ ਹੈ ਇਹ ਪੂਰਨ ਹੁੰਦੀ, ਕਬੂ ਨਹੀਂ ਟੋਟ। ਤੇ ਉਧਰ ਹਰਿਮੰਦਰ ਸਾਹਿਬ ਸੱਚੇ ਸਤਿਗੁਰ ਨੇ ਜੋ ਰਚਿਆ ਹੈ, ਇੱਥੇ ਵੀ ਜੋ ਇੱਟਾਂ ਸੀਮਿੰਟ ਤੇ ਆਦਿਕ ਸਮੱਗਰੀ ਹੈ, ਇਹ ਵੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਭਰਪੂਰ ਹੀ ਰਹੀ ਹੈ ਜੀ। ਰਹਾਉ ਸਾਧ ਸੰਗ ਆਰਾਧਨਾ ਹਰ ਨਿਧ ਅਪਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਸਾਧ ਸੰਗ, ਸੰਤਾਂ ਦੀ ਸੰਗਤ, ਸਾਧ ਸਰੂਪ ਗੁਰਬਾਣੀ ਹੈ ਤੇ ਸੰਗ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਫਿਰ ਗੁਰਬਾਣੀ ਦਾ ਸੰਗ ਕਰਦੇ ਹਾਂ। ਗੁਰਬਾਣੀ ਦਾ ਸੰਗ ਕਰਨ ਵਾਲੇ ਨੂੰ ਫਿਰ ਸੰਗਤ ਆਖਿਆ ਜਾਂਦਾ ਹੈ। ਇਹ ਸ਼ਬਦ ਗੁਰਬਾਣੀ ਦੇ ਅੰਦਰ ਆਉਂਦੇ ਨੇ। ਸਾਧ ਸੰਗ, ਸੰਤ ਸੰਗ, ਸਤ ਸੰਗਤ। ਸੰਗ ਦਾ ਤੇ ਸੰਗਤ ਦਾ ਅਰਥ ਹੁੰਦਾ ਹੈ ਸੰਗ ਕਰਨਾ। ਸੰਗ ਹੁਣ ਕਿਵੇਂ ਕੀਤਾ ਜਾਂਦਾ ਹੈ? ਜਿੱਥੇ ਸ਼ਬਦਾਂ ਦਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਉੱਥੇ ਸੰਗਤ ਹੁੰਦੀ ਹੈ। ਜੇ ਅਸੀਂ ਸਰੀਰ ਕਰਕੇ ਇੱਕ ਦੂਜੇ ਦੇ ਕੋਲ ਬੈਠੇ ਹਾਂ ਨਾ, ਤੇ ਅੰਦਰ ਮਨ ਮੁਟਾਵ ਨੇ, ਇੱਕ ਦੂਜੇ ਕੋਲ ਨਾਲ ਅਸੀਂ ਬੋਲਦੇ ਹੀ ਨਹੀਂ, ਇੱਕ ਦੂਜੇ ਦੇ ਨਾਲ ਸਾਡਾ ਕੋਈ ਵਿਚਾਰ ਵਟਾਂਦਰਾ ਹੀ ਨਹੀਂ, ਤੇ ਫਿਰ ਅਸੀਂ ਇੱਕ ਦੂਜੇ ਦੀ ਸੰਗਤ ਨਹੀਂ ਕਰਦੇ। ਸੰਗਤ ਉਸ ਦਾ ਨਾਮ ਹੈ ਜਿੱਥੇ ਕੁਝ ਆਪਣੇ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਗਿਆਨ ਵਾਲੀਆਂ ਗੱਲਾਂ ਦੱਸਣੀਆਂ ਤੇ ਅਗਲੇ ਤੋਂ ਸੁਣਨੀਆਂ, ਇਹਨੂੰ ਸਤ ਸੰਗਤ ਆਖਿਆ ਜਾਂਦਾ। ਸਤ ਸੰਗਤ, ਸੱਚ ਦੀ ਸੰਗਤ, ਸਤ ਦੀ ਗੱਲ ਕਰਨੀ, ਸਤ ਦੀਆਂ ਵਿਚਾਰਾਂ ਕਰਨੀਆਂ, ਇਹ ਸਤ ਦੀ ਸੰਗਤ ਹੋ ਗਈ ਹੈ। ਸੰਤ ਸਰੂਪ ਗੁਰਬਾਣੀ ਹੈ। ਸੰਤ ਸੰਗਤ ਜਾਂ ਸੰਤ ਸੰਗ, ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜ ਬੈਠਦੇ ਹਾਂ ਫਿਰ ਅਸੀਂ ਗੁਰਬਾਣੀ ਦੀ, ਸੰਤ ਸਰੂਪ ਗੁਰਬਾਣੀ ਹੈ, ਇਹਦੀ ਸੰਗਤ ਕਰਦੇ ਹਾਂ। ਸਾਧ ਸੰਗ, ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਧੰਨ ਗੁਰਬਾਣੀ ਸਾਧੂ ਸਰੂਪ ਹੈ। ਸੰਗ, ਇਸ ਦੀ ਜਿਹੜੀ ਸੰਗਤ ਹੈ, ਭਾਵ ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ, ਆਰਾਧਨਾ। ਹੁਣ ਗੁਰਬਾਣੀ ਦੀ ਸੰਗਤ ਕੀ ਹੈ? ਉਸ ਪ੍ਰਭੂ ਪਰਮਾਤਮਾ ਦੀ ਆਰਾਧਨਾ ਕਰਨੀ। ਹਰ ਨਿਧ ਅਪਾਰ, ਹਰ ਹਰੀ ਅਕਾਲ ਪੁਰਖ ਵਾਹਿਗੁਰੂ। ਨਿਧ ਦਾ ਅਰਥ ਹੈ 9 ਨਿਧੀਆਂ ਅਪਾਰ, ਜੋ ਪਾਰਾਵਾਰ ਤੋਂ ਰਹਿਤ ਨੇ। ਉਸ ਪਰਮਾਤਮਾ ਦੇ ਪਾਸ 9 ਨਿਧੀਆਂ ਦਾ ਖਜ਼ਾਨਾ ਹੈ ਤੇ ਉਹ ਖਜ਼ਾਨਾ ਜਿਹੜਾ ਅਪਾਰ ਹੈ, ਉਹਦੇ ਵਿੱਚ ਕਮੀ ਕੋਈ ਨਹੀਂ। ਜਦੋਂ ਅਸੀਂ ਸੱਚੇ ਸਤਿਗੁਰ ਦੀ ਗੁਰਬਾਣੀ ਦੇ ਨਾਲ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਹਾਂ ਜੀ। ਧਰਮ ਅਰਥ ਅਰ ਕਾਮ ਮੁਖ ਬੇਤੇ ਨਹੀਂ ਬਾਰ। ਧੰਨ ਗੁਰਬਾਣੀ ਨੇ ਸਾਨੂੰ ਸਰੀਰਿਕ ਸੁੱਖ ਤੇ ਅਧਿਆਤਮਿਕ ਸੁੱਖ ਦੋਨੋਂ ਹੀ ਬਖਸ਼ਿਸ਼ ਕੀਤੇ ਨੇ। 2 ਸੁੱਖ ਨੇ, ਇੱਕ ਸਰੀਰਿਕ ਸੁੱਖ ਹੈ ਤੇ ਇੱਕ ਅਧਿਆਤਮਿਕ ਸੁੱਖ ਹੈ। ਜਿਵੇਂ ਪੰਡਿਤ ਦੁਰਗੋਦਾਸ ਜੀ ਨੇ ਜਿਸ ਵਕਤ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਅੰਦਰ ਕਮਲ ਵੇਖਿਆ ਸੀ ਤੇ ਉਹਨੇ ਭਵਿੱਖਬਾਣੀ ਕੀਤੀ ਸੀ, ਹੇ ਸੱਚੇ ਸਤਿਗੁਰ ਜੀ, ਤੁਸੀਂ ਜਾਂ ਤਾਂ ਚੱਕਰਵਰਤੀ ਸਮਰਾਟ ਬਣੋਗੇ ਤੇ ਜਾਂ ਫਿਰ ਜਗਤ ਗੁਰੂ ਹੋਵੋਗੇ। ਤੇ ਗੁਰੂ ਅਮਰਦਾਸ ਜੀ ਨੇ ਨਾ ਕੁਝ ਦੇਣ ਦੀ ਚਾਹਨਾ ਕੀਤੀ ਵੀ ਇਹਨੂੰ ਇੱਥੇ ਆਸ਼ਰਮ 'ਚ ਇੱਥੇ ਰਹੇ ਆ, ਇੱਥੇ ਸਮਾਂ ਬਿਤਾਇਆ ਹੈ ਤੇ ਖਰਚੀ ਵਾਸਤੇ ਕੁਝ ਨਾ ਕੁਝ ਇਹਨੂੰ ਦੇ ਦਈਏ, ਤੇ ਇਹਨੇ ਨਹੀਂ ਸੁਣ ਲਏ। ਪੰਡਿਤ ਦੁਰਗੋਦਾਸ ਨੇ ਕਹਿੰਦਾ ਜੀ ਜਦੋਂ ਤੁਸੀਂ ਸਮਰਾਟ ਬਣੋਗੇ ਜਾਂ ਜਗਤ ਗੁਰੂ ਬਣੋਗੇ ਫਿਰ ਉਦੋਂ ਤੁਹਾਡੇ ਤੋਂ ਮੰਗਾਂਗੇ। ਜਿਸ ਵਕਤ ਧੰਨ ਗੁਰੂ ਮਹਾਰਾਜ ਜੀ ਤੀਰਥਾਂ ਦੀ ਯਾਤਰਾ ਕਰਦੇ ਹੋਏ ਸੰਗਤ ਸਹਿਤ ਇਸ ਦੇ ਨਗਰ ਦੇ ਪਾਸ ਆਏ ਤੇ ਇਹਨੇ ਪੁੱਛਿਆ ਬਈ ਇਤਨਾ ਇਕੱਠ ਹੈ ਤੇ ਕੌਣ ਆਇਆ ਹੈ? ਕਿਸੇ ਨੇ ਦੱਸਿਆ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਤੀਜੇ ਸਰੂਪ ਦੇ ਵਿੱਚ ਇੱਥੇ ਆਏ ਨੇ। ਤੇ ਪੰਡਿਤ ਦੁਰਗੋਦਾਸ ਨੇ ਆਖਿਆ ਚਲੋ ਦਰਸ਼ਨ ਕਰਦੇ ਹਾਂ। ਜਦੋਂ ਜਾ ਕੇ ਵੇਖਿਆ ਤੇ ਫਿਰ ਪਹਿਚਾਨ ਹੋ ਗਈ ਵੀ ਤਾਂ ਧੰਨ ਗੁਰੂ ਅਮਰਦਾਸ ਜੀ ਉਹੀ ਨੇ ਜਿਨ੍ਹਾਂ ਦੇ ਨਾਲ ਮੈਂ ਭਵਿੱਖਬਾਣੀ ਕੀਤੀ ਸੀ ਤੇ ਆਖਿਆ ਸੀ ਵੀ ਜਦੋਂ ਤੁਸੀਂ ਜਗਤ ਗੁਰੂ ਬਣੋਗੇ ਜਾਂ ਸਮਰਾਟ ਬਣੋਗੇ, ਕਿਉਂਕਿ 2 ਖਿਆਲ ਸਨ ਪੰਡਿਤ ਦੁਰਗੋਦਾਸ ਦੇ ਵੀ ਜਾਂ ਤਾਂ ਤੁਸੀਂ ਸਮਰਾਟ ਬਣੋਗੇ, ਰਾਜੇ ਮਹਾਰਾਜੇ ਬਣੋਗੇ, ਤੇ ਜਾਂ ਫਿਰ ਜਗਤ ਗੁਰੂ ਬਣੋਗੇ।
ਤੇ ਗੁਰੂ ਮਹਾਰਾਜ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਹੈ, ਸੱਚੇ ਸਤਿਗੁਰੂ ਜੀ, ਆਪ ਜੀ ਦੇ ਨਾਲ ਇੱਕ ਵਾਅਦਾ ਕੀਤਾ ਹੋਇਆ ਹੈ ਤੇ ਉਹ ਮੇਰੀ ਭਵਿੱਖਬਾਣੀ ਅੱਜ ਪੂਰੀ ਹੋਈ ਹੈ ਤੇ ਮੇਰਾ ਵਾਅਦਾ ਪੂਰਾ ਕਰੋ। ਤੇ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਚੰਗਾ ਫਿਰ ਭਾਈ, ਤੂੰ ਦੁਨੀਆ ਦੇ ਸੁੱਖ ਲੈਣੇ ਨੇ ਕਿ ਪਰਲੋਕ ਦੇ ਸੁੱਖ ਲੈਣੇ ਨੇ? ਲੋਕ ਦੇ ਸੁੱਖ ਲੈਣੇ ਨੇ ਕਿ ਪਰਲੋਕ ਦੇ ਸੁੱਖ ਲੈਣੇ ਨੇ? ਪੰਡਿਤ ਦੁਰਗੋਦਾਸ ਪਿਛਾ ਹਟ ਕੇ ਬੈਠ ਗਿਆ। ਜਿਸ ਵਕਤ ਪਿੱਛੇ ਹਟ ਕੇ ਬੈਠ ਗਿਆ ਤੇ ਧੰਨ ਗੁਰੂ ਅਮਰਦਾਸ ਜੀ ਨੇ ਆਖਿਆ, ਪੰਡਿਤ ਜੀ ਤੁਸੀਂ ਪਿੱਛੇ ਹਟ ਕੇ ਬਹਿ ਗਏ ਹੋ, ਬੋਲੇ ਨਹੀਂ, ਕੋਈ ਪੁੱਛਿਆ ਨਹੀਂ, ਦੱਸਿਆ ਨਹੀਂ, ਮੰਗਿਆ ਨਹੀਂ ਤੁਸੀਂ। ਤੇ ਪੰਡਿਤ ਦੁਰਗੋਦਾਸ ਨੇ ਆਖਿਆ, ਹੁਣ ਤੱਕ ਮੈਂ ਆਏ ਗਏ ਦੀ ਸੇਵਾ ਕਰਕੇ ਤੇ ਬੜੀ ਗਰੀਬੀ ਵੇਖੀ ਹੈ, ਬੜੀ ਤੰਗੀ 'ਚ ਰਿਹਾ, ਤੇ ਹੁਣ ਤੁਸੀਂ ਇਹ ਸਵਾਲ ਖੜਾ ਕਰ ਦਿੱਤਾ ਵੀ ਲੋਕ ਦੇ ਸੁੱਖ ਚਾਹੀਦੇ ਨੇ ਕਿ ਪਰਲੋਕ ਦੇ? ਜੇ ਤਾਂ ਮੈਂ ਲੋਕ ਦੇ ਸੁੱਖ ਮੰਗਦਾ ਤੇ ਫਿਰ ਪਰਲੋਕ ਤੋਂ ਸੁੱਖ ਨਾ ਰਹਿ ਜਾਵਾਂਗਾ, ਜੇ ਪਰਲੋਕ ਦੇ ਸੁੱਖ ਮੰਗ ਲਏ ਤੇ ਫਿਰ ਮੈਂ ਲੋਕ ਤੋਂ ਸੁੱਖ ਨਾ ਰਹਿ ਜਾਵਾਂਗਾ। ਇਸ ਵਾਸਤੇ ਮੈਂ ਪਿੱਛੇ ਹਟ ਕੇ, ਫਿਰ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਚੰਗਾ ਭਾਈ, ਤੈਨੂੰ ਦੋਵੇਂ ਸੁੱਖ ਹੀ ਮਿਲ ਜਾਣਗੇ, ਲੋਕ ਦਾ ਵੀ ਤੇ ਪਰਲੋਕ ਦਾ ਵੀ। ਇਹ ਦੋ ਸੁੱਖ ਜਿਹੜੇ ਨੇ, ਇਹਨੂੰ ਚਾਰ ਪਦਾਰਥ ਆਖਿਆ ਗਿਆ ਗੁਰਬਾਣੀ ਦੇ ਅੰਦਰ। ਇਹ ਚਾਰ ਪਦਾਰਥ ਜਿਹੜੇ ਨੇ, ਧਰਮ, ਅਰਥ, ਅਰ, ਕਾਮ, ਮੋਖ, ਇਹ ਗਿਣੇ ਗਏ ਨੇ। ਇਹਨਾਂ ਵਿੱਚੋਂ ਦੋ ਪਦਾਰਥ ਨੇ ਜਿਹੜੇ ਉਹ ਅੰਦਰ ਦੇ ਨੇ, ਜਿਹਦੇ ਸਾਨੂੰ ਅਧਿਆਤਮਿਕ ਆਨੰਦ ਆਉਂਦਾ ਹੈ, ਅਧਿਆਤਮਿਕ ਖੁਸ਼ੀ ਆਉਂਦੀ ਹੈ, ਤੇ ਦੋ ਪਦਾਰਥ ਨੇ ਜਿਹੜੇ ਉਹ ਬਾਹਰ ਦੇ ਨੇ, ਜਿਨ੍ਹਾਂ ਦੇ ਨਾਲ ਸਾਨੂੰ ਸੰਸਾਰਿਕ ਸਰੀਰਕ ਸੁੱਖ ਮਿਲਦਾ ਹੈ। ਅਰਥ ਤੇ ਕਾਮ, ਇਹ ਦੋ ਨੇ ਜਿਹੜੇ ਇਹ ਬਾਹਰ ਦੇ ਪਦਾਰਥ ਨੇ। ਬਾਹਰੋਂ ਧਨ ਕਮਾਣਾ ਹੈ ਤੇ ਉਦਮ ਕਰਨਾ ਪਏਗਾ, ਯਤਨ ਕਰਨਾ ਪਏਗਾ। ਬਾਹਰੋਂ ਧਨ ਕਮਾਉਣਾ ਹੈ ਤੇ ਉਦਮ ਕਰਨਾ ਪਏਗਾ, ਯਤਨ ਕਰਨਾ ਪਏਗਾ। ਬਾਹਰੋਂ ਧਨ ਕਮਾ ਕੇ ਤੇ ਫਿਰ ਸਰੀਰਕ ਸੁੱਖ ਜਿਹੜੇ ਉਹ ਮਾਣੇ ਜਾਣਗੇ। ਉਹ ਵੀ ਤਾਂ ਜੇ ਗੁਰੂ ਕਿਰਪਾ ਕਰੇਗਾ, ਕੀਤੀ ਹੋਈ ਕਮਾਈ ਦੇ ਵਿੱਚ ਬਰਕਤ ਪਵੇਗੀ। ਜੇ ਬਰਕਤ ਨਾ ਪਈ ਤੇ ਫਿਰ ਉਹ ਵੀ ਸੁੱਖ ਨੇ ਜਿਹੜੇ ਨਹੀਂ ਮਿਲਣਗੇ। ਮਿਲਣਗੇ ਤਾਂ ਜੇ ਕਮਾਈ ਦੇ ਵਿੱਚ ਬਰਕਤ ਹੋਵੇਗੀ। ਇਸੇ ਤਰ੍ਹਾਂ ਦੋ ਨੇ ਜਿਹੜੇ ਉਹ ਅੰਦਰ ਦੇ ਨੇ। ਅੰਦਰ ਦੇ ਨੇ ਧਰਮ ਤੇ ਮੋਖ। ਅੰਦਰੋਂ ਅਸੀਂ ਧਾਰਮਿਕ ਹੋਵਾਂਗੇ ਤੇ ਮੋਖ ਦਾ ਅਰਥ ਹੈ ਮੁਕਤੀ। ਸਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਏਗੀ। ਮੁਕਤੀ ਦੀ ਦਾਤ ਪ੍ਰਾਪਤ ਤਾਂ ਹੋਏਗੀ ਜੇ ਅੰਦਰੋਂ ਧਾਰਮਿਕ ਹੋਵਾਂਗੇ। ਜੇ ਅੰਦਰੋਂ ਧਾਰਮਿਕ ਨਹੀਂ ਤੇ ਫਿਰ ਮੁਕਤੀ ਨਹੀਂ ਮਿਲੇਗੀ। ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸਾਧ ਸੰਗ ਆਰਾਧਨਾ ਹਰ ਨਿਧ ਅਪਾਰ। ਜਦੋਂ ਅਸੀਂ ਸੰਤ ਦੀ ਸੰਗਤ ਦੇ ਨਾਲ, ਸਾਧੂ ਦੀ ਸੰਗਤ ਦੇ ਨਾਲ, ਧੰਨ ਗੁਰਬਾਣੀ ਦੀ ਸੰਗਤ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਹਾਂ ਤੇ ਫਿਰ ਉਹ ਕਿਰਪਾ ਕਰਦਾ ਹੈ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਨੌ ਨਿਧੀਆਂ ਦਾ ਮਾਲਕ ਹੈ। ਉਸ ਦੇ ਪਾਸ 9 ਖਜ਼ਾਨੇ ਨੇ, 9 ਨਿਧੀਆਂ ਨੇ ਤੇ ਹੈਨ ਵੀ ਪਾਰਾਵਾਰ ਤੋਂ ਰਹਿਤ। ਭਾਵ ਵੀ ਗਿਣ ਕੇ ਨਹੀਂ ਦੱਸਿਆ ਜਾ ਸਕਦਾ ਵੀ ਉਹਦੇ ਅੰਦਰ ਦੌਲਤ ਕਿੰਨੀ ਹੈ। ਅਕੋਟ ਨੇ, ਨਾ ਮੁੱਕਣ ਵਾਲੇ ਨੇ। ਫਿਰ ਉਹ ਕਿਰਪਾ ਕਰਦਾ ਹੈ, ਦੋਵੇਂ ਸੁੱਖ ਬਖਸ਼ਦਾ ਹੈ, ਦੁਨਿਆਵੀ ਵੀ, ਲੋਕ ਦੇ ਵੀ ਤੇ ਪਰਲੋਕ ਦੇ ਵੀ। ਭਾਵ ਗੁਰਸਿੱਖ ਜਿਹੜਾ ਉਹ ਅੰਦਰੋਂ ਵੀ ਧਾਰਮਿਕ ਹੁੰਦਾ ਹੈ ਤੇ ਬਾਹਰੋਂ ਮਿਹਨਤ ਜਿਹੜੀ ਦਸਾਂ ਨੌਵਾਂ ਦੀ ਕਿਰਤ ਉਹ ਵੀ ਕਰਦਾ ਹੈ। ਅੰਦਰੋਂ ਧਾਰਮਿਕ ਹੋ ਕੇ ਉਹ ਮੁਕਤ ਹੋ ਜਾਂਦਾ ਹੈ ਤੇ ਬਾਹਰੋਂ ਮਿਹਨਤ ਕਰਕੇ ਗੁਰੂ ਕਿਰਪਾ ਕਰਦਾ, ਉਹਦੀ ਕਮਾਈ ਦੇ ਵਿੱਚ ਬਰਕਤ ਪਾਉਂਦਾ ਹੈ ਤੇ ਉਹਨੂੰ ਬਾਹਰ ਦੇ ਜਿਹੜੇ ਸੁੱਖ ਨੇ ਨਾ, ਉਹ ਦੋਵੇਂ ਪ੍ਰਾਪਤ ਹੁੰਦੇ ਨੇ। ਦੇਣ ਵਾਲਾ ਇਹਨੂੰ ਗੁਰੂ ਹੈ। ਧਰਮ, ਅਰਥ ਅਰ ਕਾਮ, ਮੁਖ ਦੇਤੇ ਨਹੀਂ ਬਾਰ। ਦੇਤੇ ਨਹੀਂ ਬਾਰ ਦਾ ਅਰਥ ਹਿੰਦੀ ਦਾ ਸ਼ਬਦ ਹੈ। ਹਿੰਦੀ 'ਚ ਬਾਰ ਕਹਿੰਦੇ ਨੇ ਦੇਰੀ ਨੂੰ। ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹਦੇ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ, ਇਹਦੇ ਵਿੱਚ ਕੋਈ ਦੇਰੀ ਨਹੀਂ ਲੱਗੇਗੀ। ਇਸੇ ਤਰ੍ਹਾਂ ਫਿਰ ਅਸਲ ਵਿੱਚ ਬਾਗੜ ਭਾਸ਼ਾ ਦੇ ਵਿੱਚ ਕਹਿੰਦੇ ਨੇ ਇਸਮੇ ਕੋਈ ਬਾਰ ਨਹੀਂ ਲੱਗਾ। ਬਾਰ ਦਾ ਅਰਥ ਹੈ ਦੇਰੀ, ਸਮਾਂ ਨਾ ਲੱਗਣਾ। ਨਹੀਂ ਬਾਰ ਉਸ ਪ੍ਰਭੂ ਪਰਮਾਤਮਾ ਨੂੰ ਇਹ ਚਾਰ ਦਾਤਾਂ ਨੇ ਜਿਹੜੀਆਂ ਧਰਮ, ਅਰਥ, ਕਾਮ, ਮੋਖ, ਇਹ ਦੇਣ ਲੱਗਿਆਂ ਸਮਾਂ ਨਹੀਂ ਲੱਗਦਾ ਹੈ ਜੀ। ਭਗਤ ਰਦ ਏਕ ਰੰਗ ਗੋਬਿੰਦ ਗੋਪਾਲ। ਏਕ ਰੰਗ ਉਹਨੂੰ ਆਖਿਆ ਜਾਂਦਾ ਜਿਹੜਾ ਇੱਕ ਦਾ ਹੋ ਜਾਵੇ, ਜਿਹਦੇ ਅੰਦਰ ਇੱਕ ਦਾ ਹੀ ਰੰਗ ਚੜ ਜਾਵੇ, ਉਸ ਨੂੰ ਏਕ ਰੰਗ ਆਖਿਆ ਜਾਂਦਾ ਹੈ। ਅੱਜ ਅਸੀਂ ਗੁਰੂ ਘਰ ਆ ਗਏ ਹਾਂ, ਕੱਲ੍ਹ ਨੂੰ ਕਿਸੇ ਡੇਰੇ ਦੇ ਵਿੱਚ ਚਲੇ ਜਾਣਾ ਹੈ,
ਕਈ ਤਾਂ ਇਸ ਤਰ੍ਹਾਂ ਦੇ ਨੇ, ਸਵੇਰੇ ਗੁਰੂ ਘਰ ਆ ਜਾਂਦੇ ਨੇ ਤੇ 10-11 ਵਜੇ ਨੂੰ ਕਿਸੇ ਡੇਰੇਦਾਰ ਕੋਲ ਡੇਰੇ 'ਚ ਚਲੇ ਜਾਂਦੇ ਨੇ। ਉਤਨੇ ਨੂੰ ਸ਼ਾਮ ਦਾ ਸਮਾਂ ਹੋ ਜਾਂਦਾ, ਕਿਸੇ ਕਬਰ ਤੇ ਤੇਲ ਵਾਲੀ ਸ਼ੀਸ਼ੀ ਲੈ ਕੇ ਵੀ ਪਹੁੰਚ ਜਾਂਦੇ ਨੇ। ਇਹ ਇੱਕ ਰੰਗੀਨੀ ਹੈਗੇ, ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਜਿਹੜਾ ਨਾ ਉਹ ਰੰਗ ਲੱਗੀ ਹੈ। ਚਮੇਲੀ ਹੈ ਜਿਹੜੀ, ਮੈਨੂੰ ਕਵਿਤਾ ਤਾਂ ਭੁੱਲ ਗਈ ਹੈ, ਭਾਈ ਵੀਰ ਸਿੰਘ ਦੀ ਲਿਖੀ ਹੋਈ ਇਹ ਕਵਿਤਾ ਹੈ। ਭਾਈ ਵੀਰ ਸਿੰਘ ਆਪਣੀ ਕਵਿਤਾ ਦੇ ਵਿੱਚ ਲਿਖਦਾ ਹੈ, ਮੈਨੂੰ ਥੋੜ੍ਹਾ ਜਿਹਾ ਖਿਆਲ ਨਹੀਂ ਆ ਰਿਹਾ, ਪਰ ਇੱਥੇ ਆਪ ਜੀ ਨੂੰ ਅਰਥ ਕਰਕੇ ਮੈਂ ਦੱਸ ਸਕਦਾ। ਕਵੀ ਨੇ ਪੁੱਛਿਆ ਚਮੇਲੀ ਨੂੰ ਵੀ ਕੀ ਗੱਲ, ਤੇਰੇ ਤੇ ਕੋਈ ਵੀ ਭਵਰਾ ਨਹੀਂ ਬੈਠਾ, ਇਸ ਦੇ ਫੁੱਲ ਤੇ ਭਵਰੇ ਨਹੀਂ ਬੈਠਦੇ। ਚੰਬਾ ਤੀਨ ਗੁਣ ਤੁਝ ਮੇਂ, ਫੁੱਲ ਦੇ ਵਿੱਚ 3 ਗੁਣ ਹੁੰਦੇ ਨੇ, ਰੂਪ ਰਸ ਅਰ ਗੰਧ। ਰੂਪ, ਰੰਗ ਅਰ ਗੰਧ, ਇਹ 3 ਗੁਣ ਨੇ ਜਿਹੜੇ ਇਹ ਫੁੱਲ ਦੇ ਵਿੱਚ ਹੁੰਦੇ ਨੇ। ਫੁੱਲ ਦਾ ਜਿਹੜਾ ਰੂਪ ਹੈ ਨਾ, ਰੂਪ ਦਾ ਅਰਥ ਆਕਾਰ ਹੁੰਦਾ ਹੈ। ਫੁੱਲ ਦਾ ਜਿਹੜਾ ਆਕਾਰ ਹੈ ਇਹ ਬੜਾ ਸੋਹਣਾ ਹੁੰਦਾ ਹੈ, ਸਾਨੂੰ ਮੋਹ ਲੈਂਦਾ ਹੈ। ਰੰਗ, ਫੁੱਲ ਦਾ ਜਿਹੜਾ ਰੰਗ ਹੈ ਇਹ ਵੀ ਸਾਨੂੰ ਮੋਹ ਲੈਂਦਾ ਹੈ। ਤੇ ਗੰਧ, ਫੁੱਲ ਦੇ ਵਿੱਚ ਸੁਗੰਧੀ, ਇਹ ਵੀ ਸਾਨੂੰ ਮੋਹ ਲੈਂਦੀ। ਇਹ 3 ਗੁਣ ਨੇ ਜਿਹੜੇ ਇਹ ਗੁਣ। ਚੰਪਾ ਤੁਝ ਮੇਂ 3 ਗੁਣ, ਹੌਲੀ ਹੌਲੀ ਯਾਦ ਆਈ ਗਈ ਹੈ। ਚੰਪਾ ਤੁਝ ਮੇਂ 3 ਗੁਣ, ਰੂਪ, ਰੰਗ ਅਰ ਗੰਧ। ਕਵੀ ਕਹਿੰਦਾ ਵੀ ਤੇਰੇ ਵਿੱਚ 3 ਗੁਣ ਨੇ। ਇਹ 3 ਗੁਣਾਂ ਦੇ ਹੁੰਦਿਆਂ ਵੀ ਭਵਰਾ ਹੈ ਨਾ ਜਿਹੜਾ, ਉਹ ਤੇਰੇ ਤੇ ਆਣ ਕੇ ਕਿਉਂ ਨਹੀਂ ਬੈਠਦਾ। ਤੇ ਇਹਨੇ ਨਾ ਚੰਬਾ ਨੇ, ਫਿਰ ਚਮੇਲੀ ਨੇ ਅੱਗੋਂ ਉੱਤਰ ਦਿੱਤਾ। ਇਹ ਕਹਿੰਦੀ ਹੈ ਮੇਰੇ ਵਿੱਚ 3 ਗੁਣ ਨੇ, ਤੇ ਇਹ 3 ਗੁਣ ਨੇ ਨਾ ਜਿਹੜੇ ਇਹ ਬਾਕੀ ਸਾਰੇ ਫੁੱਲਾਂ ਦੇ ਵਿੱਚ ਵੀ ਹੈਗੇ ਨੇ। ਬਾਕੀ ਜਿਹੜੇ ਫੁੱਲ ਨੇ, ਕਮਲ ਦਾ ਫੁੱਲ ਹੈ, ਗੁਲਾਬ ਦਾ ਫੁੱਲ ਹੈ, ਇਹ 3 ਗੁਣ ਉਹਨਾਂ ਦੇ ਵਿੱਚ ਵੀ ਨੇ। ਰੂਪ ਉਹਨਾਂ ਦਾ ਵੀ ਬੜਾ ਸੋਹਣਾ ਹੈ, ਰੰਗ ਵੀ ਉਹਨਾਂ ਦਾ ਬੜਾ ਸੋਹਣਾ ਹੈ, ਤੇ ਸੁਗੰਧੀ ਵੀ ਉਹਨਾਂ ਦੀ ਬੜੀ ਸੋਹਣੀ ਹੈ। ਪਰ ਮੇਰੇ ਵਿੱਚ 1 ਗੁਣ ਉਹਨਾਂ ਤੋਂ ਜ਼ਿਆਦਾ ਹੈ। ਉਹ ਕਿਹੜਾ ਗੁਣ ਹੈ? ਇਹ ਫਿਰ ਅੱਗੇ ਦੱਸਦੀ ਹੈ ਵੀ ਜਿਹੜਾ ਜਣੇ ਜਣੇ ਦੇ ਉੱਤੇ ਜਾ ਕੇ ਬਹਿਣ ਵਾਲਾ ਹੋਵੇ ਨਾ, ਤੇ ਮੈਂ ਉਹਨੂੰ ਕਦੀ ਆਪਣੇ ਨੇੜੇ ਵੀ ਨਹੀਂ ਲੱਗਣ ਦਿੰਦੀ। ਜਿਹੜਾ ਜਣੇ ਜਣੇ ਦੇ ਦਰ ਤੇ ਜਾਣ ਵਾਲਾ ਹੋਵੇ, ਮੈਂ ਉਹਨੂੰ ਕਦੀ ਆਪਣੇ ਨੇੜੇ ਵੀ ਨਹੀਂ ਲੱਗਣ ਦਿੰਦੀ। ਇਸ ਤਰ੍ਹਾਂ ਇਹਨੂੰ ਇੱਕ ਰੰਗੀ ਆਖਿਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਉਹਨੂੰ ਆਪਣੇ ਕਦੇ ਨੇੜੇ ਨਹੀਂ ਲੱਗਣ ਦਿੰਦੇ, ਜਿਹੜਾ ਜਣੇ ਜਣੇ ਦੇ ਜਾਣ ਵਾਲਾ ਹੋਵੇ। ਕਦੀ ਕਿਤੇ ਗਿਆ ਚੱਲਾ, ਕਦੀ ਕਿਤੇ ਗਿਆ ਚੱਲਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਭਗਤ ਅਰਹਤ ਦੇ ਏਕ ਰੰਗ, ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਭਗਤ ਨੇ ਨਾ, ਉਹ ਇੱਕ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਭਾਵ ਉਹਨਾਂ ਦੇ ਅੰਦਰ ਕੇਵਲ ਤੇ ਕੇਵਲ ਇੱਕ ਓੰਕਾਰ ਦਾ ਹੀ ਪਿਆਰ ਹੁੰਦਾ ਹੈ। ਗੋਬਿੰਦ ਗੋਪਾਲ, ਉਹ ਇੱਕ ਰੰਗੀ ਕੌਣ ਹੈ ਉਹਨਾਂ ਦੇ ਲਈ? ਗੋਬਿੰਦ ਜੋ ਸਾਰੀ ਧਰਤੀ ਦਾ ਮਾਲਕ ਹੈ, ਗੋਪਾਲ ਜੋ ਸਾਰਿਆਂ ਦੀ ਪਾਲਣਾ ਕਰਦਾ ਹੈ। ਉਸ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਭਗਤ ਨੇ ਜਿਹੜੇ ਉਹ ਰੰਗ ਕੇ ਤੇ ਉਸ ਦੇ ਨਾਮ ਨੂੰ ਅਰਾਧਦੇ ਹਨ ਜੀ। ਰਾਮ ਨਾਮ ਤਨ ਸੰਚਿਆ, ਜਾ ਕਾ ਨਹੀਂ ਸੁਮਾਰ। ਤੇ ਇਸ ਤਰ੍ਹਾਂ ਇੱਕ ਪ੍ਰਭੂ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਤੇ ਇਹਨਾਂ ਨੇ ਕੀਤਾ ਕਿ ਇਹ ਰਾਮ ਨਾਮ ਧਨ ਸੰਚਿਆ। ਇਹਨਾਂ ਨੇ ਪੈਸੇ ਵਾਲਾ ਧਨ ਇਕੱਠਾ ਨਹੀਂ ਕੀਤਾ, ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਜਿਹੜਾ ਧਨ ਨੇ ਇਹ ਇਕੱਠਾ ਕੀਤਾ ਹੈ। ਤੇ ਇਸ ਦਾ ਕੋਈ ਅੰਤ ਵੀ ਨਹੀਂ। ਸੁਮਾਰ ਦਾ ਅਰਥ ਹੁੰਦਾ ਹੈ ਅੰਤ, ਨਹੀਂ ਸੁਮਾਰ, ਇਸ ਦਾ ਕੋਈ ਅੰਤ ਨਹੀਂ। ਇਹ ਧਨ ਇਤਨਾ ਮਹਾਨ ਹੈ, ਇਤਨਾ ਚੰਗਾ ਹੈ, ਇਤਨਾ ਵਿਸਾਲ ਹੈ ਕਿ ਇਸ ਧਨ ਦਾ ਕੋਈ ਅੰਤ ਵੀ ਨਹੀਂ ਹੈ ਜੀ। ਸਾਰਨ ਪਰੇ ਪ੍ਰਭ ਤੇਰੀਆ, ਪ੍ਰਭ ਕੀ ਵਡਿਆਈ। ਇਹ ਸੱਚੇ ਸਤਿਗੁਰੂ ਜੀ ਆਪ ਜੀ ਦੀ ਵੱਡੀ ਵਡਿਆਈ ਹੈ। ਤੇ ਆਪ ਜੀ ਦੀ ਵੱਡੀ ਵਡਿਆਈ ਜਾਣਦੇ ਹੋਏ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਏ ਹਾਂ। ਸ਼ਰਨ ਕਹਿੰਦੇ ਨੇ ਆਸਰੇ ਨੂੰ, ਸ਼ਰਨ ਕਹਿੰਦੇ ਨੇ ਓਟ ਨੂੰ। ਇੱਕ ਦਾ ਆਸਰਾ ਲੈ ਲੈਣਾ, ਇੱਕ ਦੀ ਓਟ ਲੈ ਲੈਣੀ। ਇਹਨੂੰ ਇੱਕ ਨੁਕਤੇ ਦੇ ਨਾਲ ਦਾਸ ਇਸ ਤਰ੍ਹਾਂ ਸਮਝਾਉਂਦਾ ਹੈ। ਵੱਡੇ ਬੱਚੇ ਤਾਂ ਅੱਜ ਕੱਲ੍ਹ ਬੜੇ ਵਿਗੜੇ ਨੇ ਕਲਾਸਾਂ ਦੇ ਵਿੱਚ, ਇਹ ਤਾਂ ਪਰਵਾਹ ਨਹੀਂ ਕਰਦੇ ਅਧਿਆਪਕ ਦੀ। ਜਿਹੜੇ ਛੋਟੇ ਬੱਚੇ ਨੇ ਨਾ, ਇਹ ਜਦੋਂ ਕਲਾਸ ਦੇ ਵਿੱਚ ਹੁੰਦੇ ਨੇ, ਇਹਨਾਂ ਨੇ ਜੇ ਪਾਣੀ ਵੀ ਪੀਣਾ ਨਾ, ਤੇ ਫਿਰ ਵੀ ਆਪਣੇ ਮਾਸਟਰ ਮੈਡਮ ਨੂੰ ਪੁੱਛ ਕੇ ਪੀਂਦੇ ਨੇ ਵੀ ਮੈਂ ਪਾਣੀ ਪੀ ਲਵਾਂ। ਮੈਂ ਕਈ ਬੱਚੇ ਇਸ ਤਰ੍ਹਾਂ ਦੇ ਵੀ ਇਤਨੇ ਵੀ ਆਗਿਆਕਾਰੀ ਵੇਖੇ ਨੇ ਕਿ ਉਹਨਾਂ ਦੇ ਪਾਸ ਆਪ ਦੀ ਬੋਤਲ ਹੋਵੇ ਨਾ ਕਲਾਸ ਦੇ ਵਿੱਚ ਬੈਠਿਆਂ ਦੀ, ਤੇ ਉਹ ਫਿਰ ਵੀ ਮੈਡਮ ਨੂੰ ਪੁੱਛਦੇ ਨੇ ਕਿ ਮੇਰੀ ਬੋਤਲ ਦੇ ਵਿੱਚ ਪਾਣੀ ਹੈ, ਮੈਂ ਪੀ ਸਕਾਂ। ਸੋ ਦਾਸ ਦਾ ਕਹਿਣ ਤੋਂ ਭਾਵ ਇੱਕ ਹੁੰਦੀ ਹੈ ਗੁਲਾਮੀ।
ਗੁਲਾਮੀ ਦੇ ਵਿੱਚ ਹੁੰਦਾ ਡਰ। ਅਸੀਂ ਡਰ ਕਰਕੇ ਅਗਲੇ ਤੋਂ ਹਰ ਇੱਕ ਕੰਮ ਪੁੱਛ ਕੇ ਕਰਦੇ ਆ, ਇਹ ਗੁਲਾਮੀ ਹੈ। ਕਿਉਂਕਿ ਗੁਲਾਮੀ ਦਾ ਇੱਕ ਰੂਪ ਨਹੀਂ, ਗੁਲਾਮੀ ਦੇ 100 ਰੂਪ ਭਾਈ ਕਾਹਨ ਸਿੰਘ ਨਾਭੇ ਵਾਲੇ ਨੇ ਆਪਣੇ ਮਹਾਨ ਕੋਸ਼ ਦੇ ਅੰਦਰ ਲਿਖਿਆ ਵੀ ਇਤਨੇ ਰੂਪ ਨੇ ਗੁਲਾਮੀ ਦੇ। ਇਹ ਵੀ ਇੱਕ ਗੁਲਾਮੀ ਦਾ ਰੂਪ ਹੈ, ਜਿਹੜਾ ਕਿਸੇ ਤੋਂ ਡਰ ਕੇ ਉਹਨੂੰ ਪੁੱਛਣਾ। ਤੇ ਦੂਜਾ ਜਿਹੜਾ ਉਹ ਹੈ ਪ੍ਰੇਮ, ਜਿੰਦੇ ਨਾਲ ਪ੍ਰੇਮ ਪ੍ਰੀਤ ਪਿਆਰ ਬਣ ਜਾਵੇ, ਉਸ ਤੋਂ ਫਿਰ ਹਰ ਕੰਮ ਹੈ ਜਿਹੜਾ ਇਹ ਪੁੱਛ ਕੇ ਕਰਨਾ ਉਹਦੇ ਸਤਿਕਾਰ ਦੇ ਲਈ ਵੀ ਇਹ ਮੇਰੇ ਤੋਂ ਵੱਡਾ ਹੈ ਤੇ ਮੈਂ ਇਹਦੀ ਸ਼ਰਨ ਦੇ ਵਿੱਚ ਆ, ਇਹਦਾ ਮੈਂ ਸਤਿਕਾਰ ਕਰਨਾ ਹੈ। ਸਤਿਕਾਰ ਦੇ ਲਈ ਹਰ ਕਾਰਜ ਜਿਹੜਾ ਇਹ ਪੁੱਛ ਕੇ ਕਰਨਾ, ਇਹਨੂੰ ਆਖਦੇ ਨੇ ਸ਼ਰਨ। ਜਿਵੇਂ ਇੱਕ ਛੋਟਾ ਬੱਚਾ ਜਮਾਤ ਦੇ ਵਿੱਚ ਬੈਠਾ ਪਹਿਲੀ ਦੂਜੀ ਤੀਜੀ ਦੇ ਵਿੱਚ ਹਰ ਇੱਕ ਕੰਮ ਹੈ ਜਿਹੜਾ ਆਪਣੇ ਅਧਿਆਪਕ ਤੋਂ ਪੁੱਛ ਕੇ ਕਰਦਾ ਹੈ। ਸਰਨ ਪਰੇ ਪ੍ਰਭ ਤੇਰੀਆ, ਇਹ ਸੱਚੇ ਸਤਿਗੁਰ ਜੀ ਅਸੀਂ ਕੋਈ ਗੁਲਾਮੀ ਦੇ ਨਾਲ ਤੇਰੇ ਚਰਨਾਂ ਦੇ ਵਿੱਚ ਨਹੀਂ ਆਏ, ਤੇਰੀ ਸ਼ਰਨ ਦੇ ਵਿੱਚ ਤੇਰੇ ਸਤਿਕਾਰ ਤੇਰੇ ਪਿਆਰ ਦੇ ਨਾਲ ਆਏ ਆ। ਇਹ ਪਿਆਰ ਤੇ ਸਤਿਕਾਰ ਤੇਰੀ ਦੌਲਤ ਹੈ ਤੇ ਤੇਰੀ ਰਹਿਮਤ ਕਿਰਪਾ ਹੈ, ਤੇਰਾ ਅਸੀਂ ਆਸਰਾ ਤੇ ਓਟ ਲੈ ਲਿਆ। ਪ੍ਰਭ ਕੀ ਵਡਿਆਈ, ਇਹ ਤੇਰੀ ਵੱਡੀ ਵਡਿਆਈ ਹੈ। ਪ੍ਰਭ ਕੀ ਵਡਿਆਈ, ਹੁਣ ਵੱਡੀ ਵਡਿਆਈ ਕਿਹੜੀ ਏ? ਜਿਹੜਾ ਇਹਦੀ ਸ਼ਰਨ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਸੰਭਾਲਦਾ ਵੀ ਏ। ਜਿਹੜਾ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ, ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਫਿਰ ਉਸ ਨੂੰ ਸੰਭਾਲਦੇ ਨੇ। ਇਹ ਉਸ ਪ੍ਰਭੂ ਪਰਮਾਤਮਾ ਦੀ ਵੱਡੀ ਵਡਿਆਈ ਹੈ ਜੀ। ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਉਸ ਦੀ ਵਡਿਆਈ ਦਾ ਅਸੀਂ ਅੰਤ ਪਾਈਏ, ਉਸ ਦੇ ਗੁਣਾਂ ਦਾ ਅੰਤ ਪਾਈਏ ਤੇ ਇਹ ਸਾਡੇ ਤੋਂ ਨਹੀਂ ਪਾਇਆ ਜਾਏਗਾ। ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ, ਉਹ ਬੇਅੰਤ ਤੇ ਗੁਸਾਈ ਦਾ ਅਰਥ ਹੈ ਸਾਡਾ ਮਾਲਕ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਲਕ ਹੈ। ਇਹ ਵੀ ਦੋ ਸ਼ਬਦਾਂ ਤੋਂ ਬਣਿਆ। ਸਾਈਂ ਦਾ ਅਰਥ ਹੁੰਦਾ ਮਾਲਕ। ਔਰਤ ਆਪਣੇ ਬੰਦੇ ਨੂੰ ਵੀ ਸਿਰ ਦਾ ਸਾਈਂ ਆਖ ਦਿੰਦੀ ਹੈ। ਸਾਈਂ ਦਾ ਅਰਥ ਹੈ ਮਾਲਕ ਤੇ ਗੋ ਦਾ ਅਰਥ ਹੈ ਅਸੀਂ ਗੋਏ ਹੋਏ ਹਾਂ, ਬਣਾਏ ਹੋਏ। ਜੇ ਗੋਏ ਹੋਏ ਨਹੀਂ ਸਮਝ ਆਉਂਦੇ, ਪੁਰਾਣੇ ਸਮੇਂ ਦੇ ਵਿੱਚ ਤਾਂ ਮਾਈਆਂ ਮਿੱਟੀ ਗੋ ਲੈਂਦੀਆਂ ਸੀ ਤੇ ਉਹਦਾ ਚੁੱਲ੍ਹਾ ਬਣਾ ਲੈਂਦੀਆਂ ਸਨ। ਚੁੱਲ੍ਹਾ ਚੌਂਕਾ ਮਿੱਟੀ ਗੋ ਕੇ ਬਣਾਇਆ ਜਾਂਦਾ ਸੀ। ਗੋਣ ਦਾ ਅਰਥ ਹੁੰਦਾ ਤਿਆਰ ਕਰਕੇ ਤੇ ਉਹਦੇ ਤੋਂ ਨਵੀਂ ਚੀਜ਼ ਪੈਦਾ ਕਰ ਲੈਣੀ। ਇਸ ਤਰ੍ਹਾਂ ਉਸ ਪਰਮਾਤਮਾ ਨੇ ਸਾਨੂੰ ਪੰਜਾਂ ਤੱਤਾਂ ਦੇ ਨਾਲ ਗੋਇਆ ਹੋਇਆ ਹੈ ਤੇ ਜਿਸ ਨੇ ਸਾਨੂੰ ਗੋਇਆ, ਜਿਸ ਨੇ ਸਾਨੂੰ ਬਣਾਇਆ ਹੈ, ਉਹ ਸਾਡਾ ਮਾਲਕ ਹੈ ਤੇ ਉਹ ਬੜਾ ਬੇਅੰਤ ਹੈ। ਉਹਦਾ ਅੰਤ ਜਿਹੜਾ ਉਹ ਕਿਸੇ ਤੋਂ ਨਹੀਂ ਪਾਇਆ ਜਾ ਸਕਦਾ। ਅੱਜ ਦੇ ਲਈ ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਆਪ ਸੰਗਤਾਂ ਦਾ ਸਰਵਣ ਕੀਤਾ ਹੋਇਆ। ਧੰਨ ਗੁਰੂ ਜੀ ਕਿਰਪਾ ਰਹਿਮਤ ਕਰਨ, ਆਪ ਜੀ ਦੀਆਂ ਝੋਲੀਆਂ ਭਰਨ। ਗੁਰੂ ਮਹਾਰਾਜ ਜੀ ਆਪ ਜੀ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਦਾਸਰਿਆਂ ਦੀ ਸੇਵਾ ਸੱਚੇ ਸਤਿਗੁਰ ਕਿਰਪਾ ਕਰਕੇ ਰਹਿਮਤ ਕਰਕੇ ਪ੍ਰਵਾਨ ਕਰਨ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਸ਼ਰਨ ਪਰੇ ਪ੍ਰਭ ਤੇਰੀਆ, ਪ੍ਰਭ ਕੀ ਵਡਿਆਈ। ਨਾਨਕ ਅੰਤ ਨ ਪਾਈਏ ਬੇਅੰਤ ਗੁਸਾਈ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ